ਸਤਿ ਸ਼੍ਰੀ ਅਕਾਲ ਦੋਸਤੋ, मैं पूजा संधू एक बार फिर तो हाजिर हाँ जी प्रोग्राम दिमाग दी बत्ती जगाओ ਨੂੰ ਲੈ ਕੇ। ਸੋ ਮੈਨੂੰ ਪਤਾ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ ਕਿਉਂਕਿ ਹਰ ਵਾਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਤੇ ਤੁਹਾਡਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ। मैं फिर तो हाजिर हाँ अपने प्रोग्राम ਨੂੰ ਲੈ ਕੇ ਤੇ ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਸਵਾਗਤ ਕਰਦੀ ਹਾਂ। ਤੁਸੀਂ ਕਦੇ ਦੇਖਿਆ ਹੈ ਕਿ ਜਿਹੜੇ ਫੋਰਨ ਦੇ ਲੋਕ ਹੁੰਦੇ ਨੇ ਨਾ, ਉਹ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ, ਪੂਰੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਨੇ ਔਰ ਆਪਣੀ ਜ਼ਿੰਦਗੀ ਦੇ ਆਖਰੀ ਪੜਾਵਾਂ ਦੇ ਵਿੱਚ ਆ ਕੇ ਪੂਰੀ ਮਿਹਨਤ ਕਰਕੇ ਫਿਰ ਵਰਲਡ ਟੂਰ ਤੇ ਜਾਂਦੇ ਨੇ ਔਰ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਲੋਕ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਰੱਖਦੇ ਨੇ। ਇਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਵਾਂ ਨੂੰ ਇੰਜੋਏ ਕਰਦੇ ਨੇ, ਪੂਰੇ ਵਰਲਡ ਨੂੰ ਐਕਸਪਲੋਰ ਕਰਦੇ ਨੇ। ਔਰ ਤੁਸੀਂ ਵੀ ਆਪਣੇ ਆਸ-ਪਾਸ ਕੁਝ ਇਦਾਂ ਦੀਆਂ ਗੱਲਾਂ, ਕੁਝ ਇਦਾਂ ਦੀਆਂ ਚੀਜ਼ਾਂ ਦੇਖਦੇ ਹੋਵੋਗੇ ਕਿ ਇੱਕ ਵਾਰ ਤਾਂ ਸੋਚਦੇ ਹੋਵੋਗੇ ਕਿ ਇਹ ਕਿੱਦਾਂ, ਕਿੱਥੇ ਤੇ ਕਿਉਂ ਹੋਇਆ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦਿੰਦੀ ਹਾਂ ਕਿਉਂਕਿ ਮੇਰੇ ਫੈਕਟ, ਮੇਰੀਆਂ ਜਾਣਕਾਰੀਆਂ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਦਿਮਾਗ 'ਚ ਹੁੰਦੀਆਂ ਕਿ ਵਰਲਡ ਦੇ ਬਾਰੇ ਕੁਝ ਜਾਣਨਾ ਹੈ ਜਾਂ ਫਿਰ ਕੋਈ ਰਹੱਸਮਈ ਚੀਜ਼ਾਂ ਦੇ ਬਾਰੇ ਤੁਸੀਂ ਜਾਣਨਾ ਹੈ, ਉਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ। ਸੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਚੱਲਦੇ ਹਾਂ ਸਾਡੇ ਪਹਿਲੇ ਫੈਕਟ ਦੇ ਵੱਲ। ਜਵਾਦੇ ਹਾਂ ਹੁਣ ਸਾਡੇ ਪਹਿਲੇ ਫੈਕਟ ਦੇ ਵੱਲ। ਵੈਸੇ ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਫਲ ਹਨ ਜੋ ਕਾਫੀ ਖਤਰਨਾਕ ਹਨ, ਪਰ ਮੌਤ ਦਾ ਸੇਬ ਕਹੇ ਜਾਣ ਵਾਲੇ ਫਲ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਫਲ ਮੰਨਿਆ ਜਾਂਦਾ ਹੈ। ਇਸ ਰੁੱਖ ਦਾ ਹਰ ਹਿੱਸਾ ਜ਼ਹਿਰੀਲਾ ਹੈ। ਇਸ ਰੁੱਖ ਦੇ ਹੇਠਾਂ ਖੜੇ ਹੋਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਤੇ ਆਓ ਜਾਣਦੇ ਹਾਂ ਇਸ ਖਤਰਨਾਕ ਫਲ ਦੇ ਬਾਰੇ। ਫਲੋਰੀਡਾ ਇੰਸਟੀਚਿਊਟ ਆਫ ਫੂਡ ਐਂਡ ਐਗਰੀਕਲਚਰ ਸਾਇੰਸ ਦੇ ਅਨੁਸਾਰ ਮੰਚਨੀਲ ਇਸ ਦਾ ਹਰ ਹਿੱਸਾ ਬਹੁਤ ਖਤਰਨਾਕ ਹੈ। ਇਸ ਰੁੱਖ ਦੇ ਕਿਸੇ ਵੀ ਹਿੱਸੇ ਦੇ ਸੰਪਰਕ ਵਿੱਚ ਆਉਣਾ ਤੇ ਇਸ ਦਾ ਸੇਵਨ ਘਾਤਕ ਹੋ ਸਕਦਾ ਹੈ। ਇਸ ਪੇੜ ਵਿੱਚੋਂ ਅਲੱਗ-ਅਲੱਗ ਕਿਸਮ ਦਾ ਰਸ ਨਿਕਲਦਾ ਹੈ ਜੋ ਕਾਫੀ ਸੰਘਣਾ ਹੁੰਦਾ ਹੈ। ਇਹ ਰਸ ਦਰਖਤ ਦੇ ਹਰ ਹਿੱਸੇ ਜਿਵੇਂ ਛਾਲ, ਪੱਤੇ ਅਤੇ ਫਲਾਂ ਤੋਂ ਵੀ ਨਿਕਲਦਾ ਹੈ। ਜੇ ਇਸ ਦੀ ਇੱਕ ਬੂੰਦ ਚਮੜੀ ਤੇ ਡਿੱਗਦੀ ਹੈ ਨਾ ਤਾਂ ਬਹੁਤ ਤੇਜ਼ ਜਲਨ ਹੁੰਦੀ ਹੈ। ਇਸ ਰਸ ਦੇ ਅੰਦਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਪਾਏ ਜਾਂਦੇ ਹਨ, ਪਰ ਸਭ ਤੋਂ ਖਤਰਨਾਕ ਫੋਰਬਲ ਪਾਇਆ ਜਾਂਦਾ ਹੈ। ਇਸ ਕਾਰਨ ਬਰਸਾਤੀ ਦਿਨਾਂ ਦੌਰਾਨ ਇਸ ਰੁੱਖ ਹੇਠ ਖੜੇ ਹੋਣਾ ਵੀ ਖਤਰਨਾਕ ਹੋ ਜਾਂਦਾ ਹੈ। ਦਰਅਸਲ ਫੋਰਬਲ ਬਹੁਤ ਤੇਜ਼ੀ ਨਾਲ ਪਾਣੀ ਵਿੱਚ ਘੁਲ ਜਾਂਦਾ ਹੈ ਤੇ ਜਦੋਂ ਬਾਰਿਸ਼ ਹੁੰਦੀ ਹੈ ਇਹ ਪਾਣੀ ਦੀਆਂ ਬੂੰਦਾਂ ਦੇ ਨਾਲ ਹੇਠਾਂ ਆਉਂਦੀ ਹੈ ਅਤੇ ਤੁਸੀਂ ਆਪਣੀ ਚਮੜੀ ਤੇ ਬਹੁਤ ਜਲਨ ਮਹਿਸੂਸ ਕਰਦੇ ਹੋ। ਤੇ ਬਹੁਤ ਸਾਰੇ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ ਕਿ ਮੰਚਨੀਲ ਦੀ ਲੱਕੜੀ ਨੂੰ ਜਲਾਉਣ ਤੇ ਇਸ ਦੇ ਧੂਏ ਨਾਲ ਅੱਖਾਂ ਵਿੱਚ ਸੋਜ ਪੈ ਗਈ ਤੇ ਬਹੁਤ ਸਾਰੇ ਲੋਕ ਅਸਥਾਈ ਤੌਰ ਦੇ ਉੱਤੇ ਅੰਨੇ ਵੀ ਹੋ ਗਏ ਸਨ। ਤੇ ਜੇ ਧੂਆਂ ਸਰੀਰ ਦੇ ਅੰਦਰ ਜਾਂਦਾ ਹੈ ਤਾਂ ਇਹ ਵਧੇਰੇ ਖਤਰਨਾਕ ਹੋ ਸਕਦਾ ਹੈ। ਵੈਸੇ ਇਸ ਨੂੰ ਖਾਣਾ ਜ਼ਿਆਦਾ ਖਤਰਨਾਕ ਹੁੰਦਾ ਹੈ ਤੇ ਇੱਥੋਂ ਤੱਕ ਕਿ ਇਸ ਦਾ ਛੋਟਾ ਟੁਕੜਾ ਖਾਣ ਦੇ ਨਾਲ ਮੌਤ ਵੀ ਹੋ ਸਕਦੀ ਹੈ। ਇਹ ਫਲ ਖਾਣ ਤੋਂ ਬਾਅਦ ਵਿਅਕਤੀ ਨੂੰ ਬਹੁਤ ਜ਼ਿਆਦਾ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਜਿਸ ਨਾਲ ਮਨੁੱਖ ਦੀ ਜ਼ਿੰਦਗੀ ਖਤਮ ਹੋ ਸਕਦੀ ਹੈ। ਨਿਕੋਲਾ ਸਟ੍ਰਿਕਲੈਂਡ ਨਾਂ ਦੀ ਇੱਕ ਵਿਗਿਆਨਿਕ ਗਲਤੀ ਨਾਲ ਮਰਦੇ ਬਚ ਗਈ। ਇਹ ਗੱਲ 1999 ਦੀ ਹੈ। ਸਟ੍ਰਿਕਲੈਂਡ ਇੱਕ ਦੋਸਤ ਨਾਲ ਕੈਰੀਬੀਆਈ ਟਾਪੂ ਟਬੈਗੋ ਘੁੰਮਣ ਗਈ ਤੇ ਜਦੋਂ ਉਹ ਉੱਥੇ ਬੀਚ ਤੇ ਸੈਰ ਕਰ ਰਹੀ ਸੀ ਤਾਂ ਉਸਨੇ ਇੱਕ ਹਰਾ ਫਲ ਦੇਖਿਆ ਜੋ ਕਿ ਇੱਕ ਸੇਬ ਦੀ ਤਰ੍ਹਾਂ ਦਿਖਾਈ ਦਿੰਦਾ ਸੀ। ਫਲ ਤੋਂ ਬਹੁਤ ਮਿੱਠੀ ਖੁਸ਼ਬੂ ਆ ਰਹੀ ਸੀ ਤੇ ਉਸਨੇ ਫਲ ਦਾ ਸਵਾਦ ਲੈਣ ਅਤੇ ਇੱਕ ਛੋਟਾ ਟੁਕੜਾ ਖਾਣ ਦਾ ਫੈਸਲਾ ਕੀਤਾ। ਇੱਕ ਪਲ ਵਿੱਚ ਹੀ ਉਸਦੀ ਸਾਰੀ ਖੁਸ਼ੀ ਗਮ ਦੇ ਵਿੱਚ ਬਦਲ ਗਈ। ਉਸਨੂੰ ਜਲਨ ਮਹਿਸੂਸ ਹੋਣੀ ਸ਼ੁਰੂ ਹੋ ਗਈ ਅਤੇ ਉਸਦੇ ਗਲੇ ਵਿੱਚ ਥੋੜਾ ਜਿਹਾ ਦਰਦ ਹੋਇਆ। ਉਸਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਤੋਂ ਫਲ ਨਿਗਲਿਆ ਤੱਕ ਨਹੀਂ ਜਾ ਰਿਹਾ ਸੀ। ਸੋ ਖੈਰ ਸਮੇਂ ਸਿਰ ਉਸਦਾ ਇਲਾਜ ਹੋਇਆ। ਉਸਦੀ ਹਾਲਤ ਠੀਕ ਹੋਣ ਵਿੱਚ 8 ਘੰਟੇ ਲੱਗ ਗਏ ਸੀ। ਹਾਲਾਂਕਿ ਇਸ ਦਰਖਤ ਦਾ ਨਾਮ ਮੰਚਨੀਲ ਰੁੱਖ ਰੱਖਿਆ ਗਿਆ ਹੈ, ਪਰ ਇਸ ਨੂੰ ਬੀਚ ਐਪਲ, ਜ਼ਹਿਰੀਲਾ ਅਮਰੂਦ, ਮੌਤ ਦਾ ਸੇਬ ਵੀ ਕਿਹਾ ਜਾਂਦਾ ਹੈ। ਸਪੈਨਿਸ਼ ਭਾਸ਼ਾ ਦੇ ਵਿੱਚ ਇਸ ਨੂੰ ਅਰਬੋਲ ਡੇ ਲਾ ਮੁਰਟੇ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਮੌਤ ਦਾ ਰੁੱਖ। ਮੰਚਨੀਲ ਦਰਖਤ ਅਸਲ ਵਿੱਚ ਵਿਸ਼ਵ ਦਾ ਸਭ ਤੋਂ ਖਤਰਨਾਕ ਰੁੱਖ ਹੈ। ਇਸ ਦੇ ਹਰੇ ਫਲਾਂ ਨੂੰ ਵੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਹ ਮੱਧ ਅਮਰੀਕਾ, ਕੈਰੀਬੀਅਨ ਟਾਪੂ, ਦੱਖਣੀ ਅਮਰੀਕਾ ਅਤੇ ਦੱਖਣ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ। ਫਲੋਰੀਡਾ ਸਮੇਤ ਉੱਤਰੀ ਅਮਰੀਕਾ ਦੇ ਗਰਮ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਸੋ ਇਹ ਰੁੱਖ ਸਥਾਨਕ ਵਾਤਾਵਰਣ ਪ੍ਰਣਾਲੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਵੀ ਕਰਦਾ ਹੈ। ਇਹ ਦੱਖਣੀ ਅਮਰੀਕਾ ਦੇ ਮੱਧ ਵਿੱਚ ਸਮੁੰਦਰੀ ਤੱਟਾਂ ਦੇ ਅਪਰਦਨ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਕੈਰੀਬੀਅਨ ਤਰਖਾਣ ਵੀ ਸਦੀਆਂ ਤੋਂ ਫਰਨੀਚਰ ਵਿੱਚ ਇਸ ਦੀ ਵਰਤੋਂ ਕਰ ਰਹੇ ਹਨ। ਉਹ ਇਸ ਨੂੰ ਸਾਵਧਾਨੀ ਦੇ ਨਾਲ ਕੱਟਦੇ ਹਨ ਅਤੇ ਜ਼ਹਿਰੀਲੇ ਰਸ ਨੂੰ ਖਤਮ ਕਰਨ ਦੇ ਲਈ ਇਸ ਨੂੰ ਧੁੱਪ ਦੇ ਵਿੱਚ ਸੁਕਾਉਂਦੇ ਹਨ। ਜ਼ਾਹਿਰ ਜੀ ਗੱਲ ਹੈ ਕਿ ਇਸ ਰੁੱਖ ਦੇ ਖਤਰਨਾਕ ਹੋਣ ਦੇ ਬਾਰੇ ਚੇਤਾਵਨੀ ਦੇਣਾ ਤਾਂ ਮਹੱਤਵਪੂਰਨ ਹੈ,
ਕੁਝ ਥਾਵਾਂ ਤੇ ਮੰਚੀਲ ਦੇ ਰੁੱਖਾਂ ਤੇ ਲਾਲ ਕ੍ਰਾਸ ਦਾ ਨਿਸ਼ਾਨ ਬਣਾਇਆ ਜਾਂਦਾ ਹੈ ਅਤੇ ਕਿਤੇ ਹੋਰ ਲਾਲ ਰੰਗ ਦੀ ਗੋਲ ਪੱਟੜੀ ਬਣਾਈ ਜਾਂਦੀ ਹੈ ਤੇ ਕੁਝ ਥਾਵਾਂ ਤੇ ਸਾਫ਼ ਚੇਤਾਵਨੀ ਦੇ ਬੋਰਡ ਵੀ ਲਗਾਏ ਜਾਂਦੇ ਹਨ। ਸੋ ਹੈ ਨਾ ਇੱਕ ਮਜ਼ੇਦਾਰ ਫੈਕਟ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਦਲਦਲ ਇੱਕ ਮਾਰਸ਼ੀ ਖੇਤਰ ਜਿਸ ਵਿੱਚ ਸਿਰਫ ਘਾਹ ਜਾਂ ਹੋਰ ਛੋਟੇ ਪੌਦੇ ਉੱਗ ਰਹੇ ਹੁੰਦੇ ਹਨ। ਇਸ ਨੂੰ ਮਾਰਸ਼ਲੈਂਡ ਕਿਹਾ ਜਾਂਦਾ ਹੈ। ਦਲਦਲੀ ਖੇਤਰਾਂ ਵਿੱਚ ਅਕਸਰ ਪੌਦੇ ਵੱਧਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਦਲਦਲ ਹੁੰਦਾ ਕੀ ਹੈ। ਅਗਲੀ ਵਾਰ ਜਦੋਂ ਵੀ ਤੁਸੀਂ ਕਿਸੇ ਬੀਚ ਤੇ ਜਾਓ ਤੇ ਤੁਸੀਂ ਸਮੁੰਦਰੀ ਬੀਚ ਤੇ ਵੱਖ-ਵੱਖ ਹਿੱਸਿਆਂ ਤੇ ਖੜੇ ਹੋ ਕੇ ਰੇਤ ਦੇ ਅੰਤਰ ਨੂੰ ਵੇਖੋ ਤੇ ਜਦੋਂ ਤੁਸੀਂ ਸਮੁੰਦਰੀ ਬੀਚ ਤੇ ਸਭ ਤੋਂ ਸੁੱਕੇ ਹਿੱਸੇ ਤੇ ਖੜੇ ਹੋ ਜਾਂਦੇ ਹੋ ਤਾਂ ਰੇਤ ਤੁਹਾਨੂੰ ਠੀਕ ਮਹਿਸੂਸ ਹੁੰਦੀ ਹੈ ਕਿਉਂਕਿ ਰੇਤ ਦੇ ਕਣਾਂ ਦੇ ਵਿਚਕਾਰ ਦਾ ਸੰਘਰਸ਼ ਬਰਾਬਰੀ ਦੇ ਕਾਰਨ ਹੁੰਦਾ ਹੈ। ਪਰ ਜੇ ਪਾਣੀ ਦੀ ਜ਼ਿਆਦਾ ਮਾਤਰਾ ਰੇਤ ਵਿੱਚ ਵਗਦੀ ਹੈ ਤਾਂ ਇਹ ਰੇਤ ਦੇ ਕਣਾਂ ਨੂੰ ਅਸਥਿਰ ਕਰ ਦਿੰਦਾ ਹੈ ਅਤੇ ਰੇਤ ਵਿੱਚ ਕੋਈ ਵੀ ਡੁੱਬਣਾ ਸ਼ੁਰੂ ਹੋ ਜਾਂਦਾ ਹੈ। ਇੱਕ ਵਿਸ਼ੇਸ਼ ਸਥਿਤੀ ਦੇ ਅਧੀਨ ਧਰਤੀ ਹੇਠਲਾ ਪਾਣੀ ਰੇਤ ਵਿੱਚ ਰਲ ਜਾਂਦਾ ਹੈ ਪਰ ਇਹ ਸਤਹ ਸਾਡੇ ਲਈ ਠੋਸ ਦਿਖਾਈ ਦਿੰਦੀ ਹੈ ਪਰ ਇਹ ਅਸਲ ਦੇ ਵਿੱਚ ਠੋਸ ਨਹੀਂ ਹੁੰਦੀ। ਸੋ ਇਸ ਨੂੰ ਹੀ ਦਲਦਲ ਕਹਿੰਦੇ ਹਨ। ਇਸੇ ਕਰਕੇ ਇਸ ਵਿੱਚ ਕੋਈ ਵੀ ਪੈਰ ਰੱਖਦਾ ਹੈ ਤਾਂ ਉਹ ਦਲਦਲ ਵਿੱਚ ਧੱਸਣਾ ਸ਼ੁਰੂ ਹੋ ਜਾਂਦਾ ਹੈ। ਅਕਸਰ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਇੱਕ ਇਨਸਾਨ ਰੇਗਿਸਤਾਨ ਦੇ ਵਿੱਚੋਂ ਕਿਸੇ ਦਲਦਲ ਦੇ ਵਿੱਚ ਫਸ ਜਾਂਦਾ ਹੈ ਤੇ ਦੂਰ-ਦੂਰ ਤੱਕ ਉਸ ਦੀ ਮਦਦ ਦੇ ਲਈ ਕੋਈ ਵੀ ਨਹੀਂ ਆਉਂਦਾ। ਪਰ ਅਸਲ ਦੇ ਵਿੱਚ ਰੇਗਿਸਤਾਨ ਦੇ ਵਿੱਚ ਦਲਦਲ ਨਹੀਂ ਮਿਲਦੇ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਇਸ ਨੂੰ ਬਣਾਉਣ ਲਈ ਪਾਣੀ ਦੀ ਮੌਜੂਦਗੀ ਜ਼ਰੂਰੀ ਹੈ। ਇਸ ਲਈ ਦਲਦਲ ਅਕਸਰ ਸਮੁੰਦਰੀ ਤੱਟ ਤੇ ਪਾਏ ਜਾਂਦੇ ਹਨ ਤੇ ਜੇ ਤੁਸੀਂ ਕਦੀ ਦਲਦਲ ਵਿੱਚ ਡਿੱਗ ਜਾਂਦੇ ਹੋ ਨਾ ਤਾਂ ਚਿੰਤਾ ਨਾ ਕਰੋ ਕਿਉਂਕਿ ਦਲਦਲ ਤੋਂ ਬਾਹਰ ਆਉਣਾ ਇੰਨਾ ਮੁਸ਼ਕਿਲ ਨਹੀਂ ਹੈ ਜਿਵੇਂ ਕਿ ਸਾਨੂੰ ਦਿਖਾਇਆ ਜਾਂਦਾ ਹੈ। ਨਾ ਹੀ ਦਲਦਲ ਬਹੁਤ ਡੂੰਘਾ ਹੁੰਦਾ ਹੈ ਤੇ ਜੇ ਦਲਦਲ ਬਹੁਤ ਡੂੰਘਾ ਹੋਵੇ ਨਾ ਤੇ ਤੁਸੀਂ ਆਪਣੀ ਕਮਰ ਤੋਂ ਵੱਧ ਦਲਦਲ ਦੇ ਵਿੱਚ ਡੁੱਬ ਹੀ ਨਹੀਂ ਸਕਦੇ ਕਿਉਂਕਿ ਮਨੁੱਖੀ ਸਰੀਰ ਦੀ ਘਣਤਾ ਦਲਦਲ ਦੀ ਘਣਤਾ ਤੋਂ ਘੱਟ ਹੈ ਤੇ ਜਦੋਂ ਕਿ ਦਲਦਲ ਦੀ ਘਣਤਾ ਲਗਭਗ 2 ਗ੍ਰਾਮ ਪ੍ਰਤੀ ਲੀਟਰ ਹੈ ਤੇ ਮਨੁੱਖੀ ਸਰੀਰ ਦੀ ਘਣਤਾ 1 ਗ੍ਰਾਮ ਪ੍ਰਤੀ ਲੀਟਰ ਹੈ। ਤੇ ਜੇਕਰ ਤੁਸੀਂ ਦਲਦਲ ਦੇ ਵਿੱਚ ਫਸ ਜਾਂਦੇ ਹੋ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਤੁਸੀਂ ਉਸ ਤੋਂ ਬਾਹਰ ਆਉਣ ਦੀ ਤਾਂ ਕੋਸ਼ਿਸ਼ ਕਰੋਗੇ ਹੀ ਤੇ ਜੇ ਤੁਸੀਂ ਵੀ ਅਜਿਹੀ ਦਲਦਲ ਦੇ ਵਿੱਚ ਫਸ ਗਏ ਹੋ ਨਾ ਤਾਂ ਜਲਦੀ ਤੋਂ ਜਲਦੀ ਬਾਹਰ ਨਿਕਲਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿਉਂਕਿ ਸਮੁੰਦਰ ਦੀਆਂ ਲਹਿਰਾਂ ਤੁਹਾਨੂੰ ਡੁਬਾ ਸਕਦੀਆਂ ਹਨ ਤੇ ਤੁਸੀਂ ਮਰ ਵੀ ਸਕਦੇ ਹੋ। ਸੋ ਇਹ ਵੀ ਸੱਚ ਹੈ ਕਿ ਤੁਸੀਂ ਜਿੰਨੀ ਜ਼ਿਆਦਾ ਮੂਵਮੈਂਟ ਕਰੋਗੇ ਉਨਾ ਹੀ ਜ਼ਿਆਦਾ ਤੁਸੀਂ ਦਲਦਲ ਦੇ ਵਿੱਚ ਧੱਸਦੇ ਜਾਵੋਗੇ। ਪਰ ਕੁਝ ਨਾ ਕਰਨ ਤੇ ਉੱਥੇ ਫਸਣ ਦੀ ਸਥਿਤੀ ਵਿੱਚ ਤੁਸੀਂ ਹਾਈਡਰੇਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਹੋ। ਸੋ ਇਸ ਲਈ ਸਭ ਤੋਂ ਪਹਿਲਾਂ ਸ਼ਾਂਤ ਰਹੋ ਅਤੇ ਜੇਕਰ ਤੁਹਾਡੇ ਕੋਲ ਕੋਈ ਭਾਰੀ ਚੀਜ਼ਾਂ ਹਨ ਤਾਂ ਇਸ ਨੂੰ ਉਤਾਰੋ ਕਿਉਂਕਿ ਇਹ ਦਲਦਲ ਦੇ ਹੋਰ ਹੇਠਾਂ ਜਾਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਸੋ ਇਸ ਤੋਂ ਬਾਅਦ ਤੁਸੀਂ ਆਪਣੇ ਸਰੀਰ ਨੂੰ ਪਿੱਛੇ ਵੱਲ ਧੱਕਣ ਦੀ ਕੋਸ਼ਿਸ਼ ਕਰੋ ਤੇ ਜਿਸ ਦੇ ਕਾਰਨ ਤੁਹਾਡੇ ਆਲੇ ਦੁਆਲੇ ਜਗ੍ਹਾ ਬਣ ਜਾਵੇਗੀ ਅਤੇ ਖਾਲੀ ਹੋਈ ਜਗ੍ਹਾ ਪਾਣੀ ਨਾਲ ਭਰ ਜਾਵੇਗੀ ਜਿਸ ਨਾਲ ਤੁਹਾਨੂੰ ਦਲਦਲ ਵਿੱਚੋਂ ਬਾਹਰ ਨਿਕਲਣਾ ਆਸਾਨ ਹੋ ਜਾਵੇਗਾ। ਸੋ ਇਸ ਦੇ ਨਾਲ ਅਗਰ ਤੁਹਾਡੇ ਨਜ਼ਦੀਕ ਕੋਈ ਲੱਕੜ ਹੈ ਤਾਂ ਅਜਿਹਾ ਕਰਨ ਲਈ ਤੁਸੀਂ ਉਸ ਲੱਕੜ ਦੀ ਮਦਦ ਵੀ ਲੈ ਸਕਦੇ ਹੋ। ਹਾਲਾਂਕਿ ਇਹ ਕਾਫੀ ਲੰਬੀ ਅਤੇ ਦੁਖਦਾਈ ਪ੍ਰਕਿਰਿਆ ਹੈ ਕਿਉਂਕਿ ਇੱਕ ਲੱਤ ਨੂੰ ਦਲਦਲ ਵਿੱਚੋਂ ਬਾਹਰ ਕੱਢਣ ਲਈ ਉਨੀ ਹੀ ਫੋਰਸ ਦੀ ਲੋੜ ਹੁੰਦੀ ਹੈ ਜਿੰਨੀ ਕਿ ਛੋਟੀ ਕਾਰ ਨੂੰ ਚੱਕਣ ਤੇ ਤਾਕਤ ਲੱਗਦੀ ਹੈ ਪਰ ਇੰਜ ਕਰਨ ਦੇ ਨਾਲ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ। ਸੋ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਦਲਦਲ ਦੇ ਵਿੱਚੋਂ ਆਪਣੀ ਜਾਨ ਨੂੰ ਕਿਵੇਂ ਬਚਾ ਸਕਦੇ ਹੋ। ਪਹਿਲਾਂ ਤਾਂ ਅਵੇਅਰ ਰਹੋ। ਅਗਰ ਤੁਸੀਂ ਫਸ ਗਏ ਹੋ ਤਾਂ ਉਸ ਵਿੱਚੋਂ ਨਿਕਲਣ ਦਾ ਰਸਤਾ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਕਿਸੇ ਵੀ ਬੁਲਟ ਜਾਂ ਗੋਲੀ ਨੂੰ ਫਾਇਰ ਕਰਨ ਲਈ ਉਹਦੇ ਵਿੱਚ ਮੌਜੂਦ ਗਨ ਪਾਊਡਰ ਜਾਂ ਪ੍ਰੋਪੋਨਟ ਵਿੱਚ ਅੱਗ ਲਾਉਣੀ ਪੈਂਦੀ ਹੈ ਤੇ ਜਿਸ ਕਾਰਨ ਇਹ ਇੱਕ ਧਮਾਕੇ ਦੇ ਨਾਲ ਬੁਲਟ ਬੰਦੂਕ ਵਿੱਚੋਂ ਤੇਜ਼ੀ ਦੇ ਨਾਲ ਬਾਹਰ ਨਿਕਲਦੀ ਹੈ। ਪਰ ਤੁਸੀਂ ਕਦੇ ਇਹ ਸੋਚਿਆ ਕਿ ਸਪੇਸ ਵਿੱਚ ਗੋਲੀ ਚਲਾਉਣ ਨਾਲ ਕੀ ਹੋਵੇਗਾ? ਸਭ ਤੋਂ ਬੇਸਿਕ ਚੀਜ਼ ਇਹ ਹੋਵੇਗੀ ਕਿ ਅੱਗ ਲਗਾਉਣ ਲਈ ਜ਼ਰੂਰੀ ਹੈ ਆਕਸੀਜਨ ਪਰ ਸਪੇਸ ਦੇ ਵਿੱਚ ਤਾਂ ਆਕਸੀਜਨ ਹੈ ਹੀ ਨਹੀਂ। ਆਕਸੀਜਨ ਨਾ ਹੋਣ ਦੇ ਬਾਵਜੂਦ ਆਰਟੀਫੀਸ਼ੀਅਲ ਆਕਸੀਜਨ ਦੀ ਮਦਦ ਨਾਲ ਗਨ ਪਾਊਡਰ ਦੇ ਵਿੱਚ ਅੱਗ ਲਗਾਈ ਜਾ ਸਕਦੀ ਹੈ ਤੇ ਬੁਲਟ ਨੂੰ ਉੱਥੇ ਵੀ ਸ਼ੂਟ ਕੀਤਾ ਜਾ ਸਕਦਾ ਹੈ। ਪਰ ਧਰਤੀ ਤੇ ਗੋਲੀ ਚਲਾਉਣ ਤੇ ਸਪੇਸ ਤੇ ਗੋਲੀ ਚਲਾਉਣ ਵਿੱਚ ਸਭ ਤੋਂ ਪਹਿਲਾ ਫਰਕ ਇਹ ਹੋਵੇਗਾ ਕਿ ਜਦੋਂ ਤੁਸੀਂ ਪ੍ਰਿਥਵੀ ਤੇ ਗੋਲੀ ਚਲਾਉਂਦੇ ਹੋ ਤਾਂ ਇੱਕ ਆਵਾਜ਼ ਨਾਲ ਗੋਲੀ ਬੰਦੂਕ ਵਿੱਚੋਂ ਬਾਹਰ ਨਿਕਲਦੀ ਹੈ ਪਰ ਸਪੇਸ ਵਿੱਚ ਵੈਕਿਊਮ ਦੀ ਵਜ੍ਹਾ ਨਾਲ ਉੱਥੇ ਗਨ ਨਾਲ ਸ਼ੂਟ ਕਰਨ ਨਾਲ ਕੋਈ ਵੀ ਆਵਾਜ਼ ਨਹੀਂ ਆਏਗੀ ਕਿਉਂਕਿ ਸਾਊਂਡ ਵੇਵਸ ਨੂੰ ਟਰੈਵਲ ਕਰਨ ਲਈ ਕੋਈ ਨਾ ਕੋਈ ਮੀਡੀਅਮ ਤਾਂ ਚਾਹੀਦਾ ਹੁੰਦਾ ਹੈ ਤੇ ਵੈਕਿਊਮ ਦੇ ਵਿੱਚ ਸਾਊਂਡ ਵੇਵਸ ਟਰੈਵਲ ਨਹੀਂ ਕਰਦੀਆਂ। ਇਸ ਕਾਰਨ ਸਪੇਸ ਦੇ ਵਿੱਚ ਬੰਦੂਕ ਤੋਂ ਫਾਇਰ ਅਗਰ ਹੋ ਵੀ ਜਾਵੇ ਨਾ ਤਾਂ ਕੋਈ ਆਵਾਜ਼ ਨਹੀਂ ਆਵੇਗੀ।
ਸੋ ਦੂਸਰਾ ਇਹ ਕਿ ਜਦੋਂ ਤੁਸੀਂ ਪ੍ਰਿਥਵੀ ਤੇ ਗੋਲੀ ਚਲਾਉਂਦੇ ਹੋ ਤਾਂ ਗ੍ਰੈਵਿਟੀ ਦੇ 에ਅਰ ਫਿਕਸ਼ਨ ਦੇ ਕਾਰਨ ਉਹਦੇ ਤੇ ਕਈ ਐਕਸਟਰਨਲ ਫੋਰਸਿਸ ਲੱਗਦੀਆਂ ਨੇ ਤੇ ਜਿਹਦੇ ਕਾਰਨ ਕੁਝ ਸਮੇਂ ਬਾਅਦ ਗੋਲੀ ਦੀ ਸਪੀਡ ਘੱਟ ਹੋ ਜਾਂਦੀ ਹੈ। ਸੋ ਇੱਕ ਫਿਕਸ ਡਿਸਟੈਂਸ ਟਰੈਵਲ ਕਰਨ ਤੋਂ ਬਾਅਦ ਉਹ ਰੁਕ ਜਾਂਦੀ ਹੈ। ਤੇ ਜੇ ਗੱਲ ਕੀਤੀ ਜਾਵੇ ਸਪੇਸ ਦੀ ਤੇ ਨਾ ਉੱਥੇ ਗ੍ਰੈਵਿਟੀ ਹੈ ਨਾ ਹੀ 에ਅਰ ਫਿਕਸ਼ਨ, ਤੇ ਜਿਸ ਦੇ ਕਾਰਨ ਬੁਲਟ ਤੇ ਕੋਈ ਵੀ ਐਕਸਟਰਨਲ ਫੋਰਸ ਨਹੀਂ ਲੱਗਦੀ ਤੇ ਨਾ ਹੀ ਉਹ ਰੁਕ ਪਾਉਂਦੀ ਹੈ। ਸੋ ਇਸ ਦਾ ਸਿੱਧਾ ਤੇ ਸਿੰਪਲ ਮਤਲਬ ਇਹੀ ਹੈ ਕਿ ਬੁਲਟ ਇਨਫਿਨਾਈਟ ਟਾਈਮ ਲਈ ਟਰੈਵਲ ਕਰਦੀ ਹੈ ਤੇ ਇਹ ਉਦੋਂ ਤੱਕ ਨਹੀਂ ਰੁਕ ਸਕਦੀ ਜਦੋਂ ਤੱਕ ਉਸਦੇ ਰਸਤੇ ਦੇ ਵਿੱਚ ਕੋਈ ਐਸਟਰੋਇਡਸ ਜਾਂ ਪਲੈਨਟ ਨਹੀਂ ਆ ਜਾਂਦਾ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਪ੍ਰਿਥਵੀ ਤੇ ਸਪੇਸ ਦੇ ਵਿੱਚ ਗੋਲੀ ਚਲਾਉਣ ਦੇ ਵਿੱਚ ਕੀ ਫਰਕ ਹੈ। ਵਧਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਇਹ ਫੈਕਟ ਸੁਣ ਕੇ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਤਿੱਬਤ ਦੇ ਉੱਪਰੋਂ ਦੀ ਜਹਾਜ਼ ਕਦੀ ਨਹੀਂ ਉੱਡਦਾ। ਉਸ ਤੋਂ ਪਹਿਲਾਂ ਅਸੀਂ ਇਸ ਦੇ ਕਾਰਨਾਂ ਤੇ ਧਿਆਨ ਦਈਏ। ਅਸੀਂ ਤਿੱਬਤ ਦੇ ਬਾਰੇ ਕੁਝ ਇੰਟਰਸਟਿੰਗ ਗੱਲਾਂ ਜਾਣਦੇ ਹਾਂ। ਤਿੱਬਤੀ ਪਠਾਰ ਦੁਨੀਆ ਵਿੱਚ ਸਭ ਤੋਂ ਉੱਚਾ ਹੈ ਅਤੇ ਮਹਾਨ ਹਿਮਾਲਿਆ ਦਾ ਘਰ ਹੈ। ਐਵਰੈਸਟ, ਕੰਚਨਜੰਗਾ, ਮਾਊਂਟ ਕੈਲਾਸ਼, ਮਕਾਲੂ ਵਰਗੇ ਪਹਾੜ ਤਿੱਬਤੀ ਜ਼ਮੀਨ ਵਿੱਚ ਹਨ। ਸੋ ਇਸ ਪਹਾੜੀ ਸ਼੍ਰੇਣੀ ਦੀ ਔਸਤਨ ਉਚਾਈ 8000 ਮੀਟਰ ਹੈ। ਇਹ ਜਾਣਕਾਰੀ ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਕਰਦੀ ਹੈ ਕਿ ਜਹਾਜ਼ ਤਿੱਬਤ ਉੱਪਰੋਂ ਕਿਉਂ ਨਹੀਂ ਉੱਡਦੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਤਿੱਬਤ ਭਾਰਤ ਅਤੇ ਚੀਨ ਦੇ ਵਿਚਕਾਰ ਦਾ ਗੁਆਂਢੀ ਦੇਸ਼ ਹੈ। ਤਿੱਬਤ ਦੀ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਹੈ, ਭਾਵੇਂ ਇਹ ਅਧਿਆਤਮਕ ਪੱਖੋਂ ਹੋਵੇ ਤੇ ਜਾਂ ਫਿਰ ਸੈਰ ਸਪਾਟੇ ਪੱਖੋਂ। ਤਿੱਬਤ ਸਮੁੰਦਰ ਤੋਂ ਉਚਾਈ ਅਤੇ ਇਸ ਦੇ ਦੁਆਲੇ ਵਿਸ਼ਾਲ ਪਹਾੜ ਸ਼੍ਰੇਣੀਆਂ ਹੋਣ ਦੇ ਕਾਰਨ ਇਸ ਨੂੰ ਵਿਸ਼ਵ ਦੀ ਛੱਤ ਮਤਲਬ ਕਿ ਰੂਫ ਆਫ ਦਾ ਵਰਲਡ ਕਿਹਾ ਜਾਂਦਾ ਹੈ। ਤਿੱਬਤ ਚੀਨ ਦਾ ਇੱਕ ਆਟੋਨੋਮਸ ਰੀਜਨ ਹੈ। ਇਹ ਚੀਨ ਦੇ ਦੱਖਣੀ ਪੱਛਮੀ ਭਾਗ ਦੇ ਵਿੱਚ ਸਥਿਤ ਹੈ ਤੇ ਇਹ ਭਾਰਤ ਦੇ ਨਾਲ ਪੱਛਮ ਦੇ ਵਿੱਚ ਬਾਰਡਰ ਸਾਂਝਾ ਕਰਦਾ ਹੈ। ਤਿੱਬਤੀ ਪਠਾਰ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਹੈ। ਇਹ ਹਿਮਾਲਿਆ ਪਰਬਤ ਸ਼੍ਰृंखला ਦੇ ਵਿੱਚ ਆਉਂਦਾ ਹੈ। ਸੋ ਇਹ ਜਾਣਕਾਰੀ ਤੁਹਾਨੂੰ ਇਹ ਸਮਝਣ ਦੇ ਲਈ ਮਦਦ ਕਰੇਗੀ ਕਿ 에ਅਰਲਾਈਨ ਕੰਪਨੀਆਂ ਤਿੱਬਤ ਦੇ ਉੱਪਰੋਂ ਦੀ ਉਡਾਨ ਭਰਨ ਲਈ ਤਿਆਰ ਕਿਉਂ ਨਹੀਂ ਹੁੰਦੀਆਂ। ਸੋ ਵਪਾਰਕ ਹਵਾਈ ਜਹਾਜ਼ਾਂ ਲਈ ਉਚਿਤ ਉਚਾਈ 28 ਤੋਂ 35000 ਫੀਟ ਹੋਣੀ ਚਾਹੀਦੀ ਹੈ। ਸੋ ਇਸੇ ਕਾਰਨ ਜਹਾਜ਼ ਤਿੱਬਤ ਤੋਂ ਉੱਪਰ ਨਹੀਂ ਉੱਡਦੇ। ਤਿੱਬਤ ਧਰਤੀ ਦੇ ਇੱਕ ਵਿਸ਼ੇਸ਼ ਹਿੱਸੇ ਵਿੱਚੋਂ ਇੱਕ ਹੈ ਜਿੱਥੇ ਹਵਾਈ ਜਹਾਜ਼ ਦੀ ਸੇਵਾ ਬਹੁਤ ਘੱਟ ਹੈ। ਸੋ ਜਹਾਜ਼ਾਂ ਦਾ ਇਸ ਦੇ ਉੱਪਰੋਂ ਉੱਡਣਾ ਅਸੰਭਵ ਹੈ, ਜਿਸ ਕਾਰਨ ਇੱਥੇ ਜਹਾਜ਼ਾਂ ਦੀ ਆਵਾਜਾਈ ਨਾਮਾਤਰ ਹੈ। ਤੇ ਦੂਸਰਾ ਕਾਰਨ ਹੈ ਤਿੱਬਤ ਦਾ ਸਮੁੰਦਰ ਤਲ ਤੋਂ ਹਾਈ ਐਵਰੇਜ ਐਲੀਵੇਸ਼ਨ। ਇਹ ਤਾਂ ਸਾਰੇ ਜਾਣਦੇ ਹਨ ਕਿ ਵਾਯੂਮੰਡਲ ਦੀਆਂ 4 ਪਰਤਾਂ ਨੇ ਤੇ ਪ੍ਰਿਥਵੀ ਦੇ ਕਰੀਬ ਸਭ ਤੋਂ ਟ੍ਰੋਸੋਫੇਅਰ ਹੈ ਜੋ ਜ਼ਮੀਨੀ ਸਤਲ ਤੋਂ 7 ਮੀਲ ਉੱਪਰ ਤੱਕ ਜਾਂਦੀ ਹੈ। ਸੋ ਹਿਮਾਲਿਆ ਔਨ ਐਂਡ ਐਵਰੇਜ 5 ਮੀਲ ਦੀ ਉਚਾਈ ਤੇ ਹੈ ਤੇ ਤਿੱਬਤ ਸਾਡੇ ਐਟਮੋਸਫੇਅਰ ਦੇ ਵਿੱਚ ਇੱਕ ਐਦਾਂ ਦੇ ਬਿੰਦੂ ਤੇ ਸਥਿਤ ਹੈ ਜਿੱਥੇ ਇੱਕ ਲੇਅਰ ਦੂਜੇ ਦੇ ਨਾਲ ਮਿਲਦੀ ਹੈ। ਸੋ ਅਧਿਕਾਂਸ਼ ਵਿਮਾਨ ਟ੍ਰੋਸੋਫੇਅਰ ਦੀ ਉਚਲੀ ਸੀਮਾ ਤੇ ਉੱਡਦੇ ਹਨ ਤੇ ਸਟ੍ਰੈਟੋਸਫੇਅਰ ਦੀ ਨਿਚਲੀ ਪਰਤ ਤੇ ਉਡਾਨ ਭਰਨ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਤੁਹਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਆਕਸੀਜਨ ਸਪਲਾਈ ਹੋਵੇ। ਸੋ ਇਹ ਤਾਂ ਮੁੱਖ ਕਾਰਨ ਹਨ ਕਿ ਜਿਸ ਦੇ ਕਰਕੇ ਤਿੱਬਤ ਦੇ ਉੱਪਰੋਂ ਵਿਮਾਨ ਯਾਨੀ ਕਿ ਜਹਾਜ਼ ਨਹੀਂ ਉੱਡਦੇ। ਜਾਣਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਤੁਸੀਂ ਵੀ ਦੇਖਿਆ ਹੋਵੇਗਾ ਕਿ ਦਵਾਈਆਂ ਦੇ ਟੈਬਲੇਟ ਦੇ ਵਿੱਚ ਇੱਕ ਲਾਈਨ ਜਿਹੀ ਹੁੰਦੀ ਹੈ, ਜਦ ਕਿ ਕੁਝ ਦਵਾਈਆਂ ਦੇ ਵਿੱਚ ਲਾਈਨ ਨਹੀਂ ਹੁੰਦੀ। ਸੋ ਉਹ ਸਿਰਫ ਪਲੇਨ ਹੀ ਹੁੰਦੀਆਂ ਹਨ। ਪਰ ਤੁਸੀਂ ਇਹ ਜਾਣਦੇ ਹੋ ਕਿ ਇਹ ਲਾਈਨ ਕਿਉਂ ਹੁੰਦੀ ਹੈ? ਤੇ ਜੇ ਨਹੀਂ ਤੇ ਮੈਂ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਕਿ ਦਵਾਈਆਂ ਦੇ ਵਿੱਚ ਇਹ ਪੈਰਲਲ ਲਾਈਨ ਨੂੰ ਡੀਬੌਸ ਲਾਈਨ ਕਿਹਾ ਜਾਂਦਾ ਹੈ। ਸੋ ਇਹੀ ਹੈ ਦਵਾਈਆਂ ਦੀ ਪਲੇਨ ਸਤਹ ਤੇ ਅੰਕਿਤ ਹੁੰਦੀ ਹੈ। ਇਹ ਲਾਈਨ ਅਮੂਮਨ ਜ਼ਿਆਦਾ ਪਾਵਰ ਦੀ ਦਵਾਈਆਂ ਤੇ ਅੰਕਿਤ ਕੀਤੀ ਜਾਂਦੀ ਹੈ ਤਾਂ ਕਿ ਦਵਾਈ ਨੂੰ ਵਿੱਚੋਂ ਅੱਧੀ ਤੋੜ ਕੇ ਖਾਧਾ ਜਾ ਸਕੇ। ਸੋ ਜਿਵੇਂ ਤੁਹਾਡੇ ਕੋਲ 100 mg ਦੀ ਇੱਕ ਟੈਬਲੇਟ ਹੈ ਪਰ ਡਾਕਟਰ ਦੇ ਮੁਤਾਬਿਕ ਤੁਹਾਨੂੰ 50 mg ਦੀ ਖੁਰਾਕ ਲੈਣੀ ਹੈ ਤੇ ਫਿਰ ਤੁਸੀਂ ਇਸ ਟੈਬਲੇਟ ਨੂੰ ਵਿੱਚੋਂ ਅੱਧੀ ਤੋੜ ਕੇ ਖਾ ਸਕਦੇ ਹੋ। ਤੇ ਇੱਕ ਖਾਸ ਗੱਲ, ਜੇ ਦਵਾਈ ਦੇ ਇਹੋ ਜਿਹੀ ਲਾਈਨ ਮਤਲਬ ਡੀਬੌਸ ਲਾਈਨ ਨਾ ਹੋਵੇ ਤੇ ਤੁਹਾਨੂੰ ਬਿਲਕੁਲ ਕਲੀਅਰ ਹੈ ਕਿ ਦਵਾਈ ਜਿਹੜੀ ਆ ਤੋੜ ਕੇ ਨਹੀਂ ਖਾਣੀ, ਉਸ ਗੋਲੀ ਨੂੰ ਵਿੱਚੋਂ ਤੋੜ ਕੇ ਨਹੀਂ ਖਾਣਾ। ਸੋ ਹੁਣ ਅਗਰ ਤੁਸੀਂ ਕਦੇ ਵੀ ਆਪਣੀ ਲਾਈਫ ਦੇ ਵਿੱਚ ਮਤਲਬ ਆਬਵੀਅਸ ਜੀ ਗੱਲ ਹੈ ਕਿ ਅਸੀਂ ਦਵਾਈਆਂ ਖਾਂਦੇ ਰਹਿੰਦੇ ਹਾਂ, ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਦਵਾਈਆਂ ਨਾ ਖਾਓ, ਬਿਲਕੁਲ ਤੰਦਰੁਸਤ ਰਹੋ। ਪਰ ਅਗਰ ਫਿਰ ਵੀ ਤੁਸੀਂ ਦਵਾਈ ਖਾਂਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਉਸ ਗੋਲੀ ਦੇ ਵਿੱਚ ਲਾਈਨ ਕਿਉਂ ਹੈ, ਇਸ ਦਾ ਜਵਾਬ ਮੈਂ ਤੁਹਾਨੂੰ ਦੇ ਦਿੱਤਾ। ਸੋ ਹੁਣ ਬਿਲਕੁਲ ਨਹੀਂ ਸੋਚਣਾ ਕਿਉਂਕਿ ਤੁਹਾਨੂੰ ਪਤਾ ਹੈ। ਜੀ ਹੁਣ ਗੱਲ ਕਰਦੇ ਹਾਂ ਅਸੀਂ ਅਗਲੇ ਫੈਕਟ ਦੀ। ਸੋ ਸਾਡੇ ਦੇਸ਼ ਦੇ ਵਿੱਚ ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਪ੍ਰੋਬਲਮ ਇੱਕ ਆਮ ਗੱਲ ਹੈ। ਮੁੰਬਈ ਵਰਗੇ ਸ਼ਹਿਰ ਤਾਂ ਇਸ ਦੇ ਵਿੱਚ ਅੱਬਲ ਹਨ,
ਪਰ ਟ੍ਰੈਫਿਕ ਤੋਂ ਚੂਝਣ ਦੇ ਨਾਲ ਸੜਕ ਤੇ ਸਾਡਾ ਹੌਰਨ ਦੇ ਨਾਲ ਪਿਆਰ ਵੀ ਤਾਂ ਦੇਖਣ ਨੂੰ ਮਿਲਦਾ ਹੈ। ਸਾਡਾ ਜਿੱਥੇ ਦਿਲ ਕਰਦਾ ਅਸੀਂ ਹੌਰਨ ਵਜਾ ਦਿੰਦੇ ਆ, ਜੋ ਕਿ ਨਾ ਸਿਰਫ ਨੋਇਜ਼ ਪੋਲਿਊਸ਼ਨ ਵਧਾਉਂਦਾ ਹੈ ਬਲਕਿ ਸਾਡੇ ਕੰਨਾਂ ਦੇ ਵਿੱਚ ਦਰਦ, ਦਿਮਾਗ ਦੇ ਵਿੱਚ ਸਟ੍ਰੈਸ ਅਤੇ ਟ੍ਰੈਫਿਕ ਦੇ ਵਿੱਚ ਉਥਲ-ਪੁਥਲ ਮਚਾ ਦਿੰਦਾ ਹੈ। ਤੇ ਜੇ ਤੁਸੀਂ ਵੀ ਇੰਪੇਸ਼ੈਂਟ ਡਰਾਈਵਰ ਤੋਂ ਤੰਗ ਆ ਚੁੱਕੇ ਹੋ ਤਾਂ ਤੁਹਾਨੂੰ ਮੁੰਬਈ ਪੁਲਿਸ ਦਾ ਇਸ ਤੋਂ ਬਚਣ ਦਾ ਇੱਕ ਨਵਾਂ ਫਾਰਮੂਲਾ ਜਾਣਨਾ ਚਾਹੀਦਾ ਹੈ। ਇਸ ਨਵੇਂ ਸਿਸਟਮ ਦਾ ਨਾਮ ਹੈ ਹੋਂਕ ਮੋਰ ਵੇਟ ਮੋਰ। ਇਸ ਵਿੱਚ ਮੁੰਬਈ ਪੁਲਿਸ ਨੇ ਆਪਣੇ ਕੁਝ ਸਿਗਨਲਾਂ ਨੂੰ ਇਦਾਂ ਸੈੱਟ ਕੀਤਾ ਹੈ ਕਿ ਜੇ ਤੁਸੀਂ ਜ਼ਿਆਦਾ ਹੌਰਨ ਵਜਾਉਂਦੇ ਹੋ ਤਾਂ ਸਿਗਨਲ ਤੁਹਾਨੂੰ ਜ਼ਿਆਦਾ ਟਾਈਮ ਇੰਤਜ਼ਾਰ ਕਰਵਾਏਗਾ। 85 ਡੈਸੀਬਲਸ ਦੇ ਸਾਊਂਡ ਲੈਵਲ ਦੇ ਪਾਰ ਹੁੰਦੇ ਹੀ ਰੈੱਡ ਲਾਈਟ ਫਿਰ ਤੋਂ ਰੀਸੈਟ ਹੋ ਜਾਵੇਗੀ ਤੇ ਸਿਗਨਲਸ ਤੇ ਇਹ ਇੰਤਜ਼ਾਰ ਜ਼ਿਆਦਾ ਲੰਬਾ ਹੋ ਜਾਵੇਗਾ। ਤਾਂ ਨਿਸ਼ਚਿਤ ਹੀ ਸਿਗਨਲ ਤੇ ਹੌਰਨ ਵਜਾ ਕੇ ਇਹ ਸੋਚਣ ਵਾਲਿਆਂ ਲਈ ਕਈ ਹੌਰਨ ਵਜਾਉਣ ਨਾਲ ਸਿਗਨਲ ਜਲਦੀ ਖੁੱਲ ਜਾਵੇਗਾ। ਇਸ ਨਵੇਂ ਰੂਲ ਤੋਂ ਸਬਕ ਸਿੱਖਣ ਲਈ ਮਿਲੇਗਾ। ਸੋ ਇਸ ਨਵੇਂ ਰੂਲ ਨੂੰ ਜਾਣਨ ਤੋਂ ਬਾਅਦ ਤੁਸੀਂ ਮੂੰਹ ਦੇ ਵਿੱਚੋਂ ਇੱਕ ਵਾਰ ਤਾਂ ਜ਼ਰੂਰ ਇਹ ਬੋਲੋਗੇ, ਵਾਹ ਰੇ ਮੁੰਬਈ ਪੁਲਿਸ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਸੀਮੈਂਟ, ਜਿਸ ਨੂੰ ਅਸੀਂ ਮਕਾਨ ਦੁਕਾਨ ਬਣਾਉਣ ਦੇ ਲਈ ਇਸਤੇਮਾਲ ਕਰਦੇ ਹਾਂ, ਕੀ ਤੁਸੀਂ ਜਾਣਦੇ ਹੋ ਕਿ ਇਹ ਕਿੱਦਾਂ ਬਣਦਾ ਹੈ? ਨਹੀਂ ਜਾਣਦੇ? ਕੋਈ ਗੱਲ ਨਹੀਂ, ਇਹੀ ਦੱਸਣ ਲਈ ਤਾਂ ਮੈਂ ਆਈ ਹਾਂ ਜੀ। ਤੇ ਸੀਮੈਂਟ ਦੀ ਜੇਕਰ ਗੱਲ ਕਰੀਏ, ਸੀਮੈਂਟ ਕੈਲਸ਼ੀਅਮ, ਸਿਲੀਕਨ, ਲੋਹਾ ਤੇ ਐਲੂਮੀਨੀਅਮ ਨੂੰ ਇੱਕ ਫਿਕਸ ਪ੍ਰਪੋਰਸ਼ਨ ਦੇ ਵਿੱਚ ਮਿਕਸ ਕਰਕੇ ਬਣਾਇਆ ਜਾਂਦਾ ਹੈ। ਇਹ ਇੱਕ ਕੈਮੀਕਲ ਮਿਕਸਚਰ ਹੈ ਔਰ ਸੀਮੈਂਟ ਬਣਾਉਣ ਦੇ ਲਈ ਕੱਚੇ ਕੈਮੀਕਲ ਨੂੰ ਸੀਮੈਂਟ ਬਣਾਉਣ ਵਾਲੀਆਂ ਮਸ਼ੀਨਾਂ ਦੇ ਵਿੱਚ ਗਰਮ ਕਰਕੇ ਮਹੀਨ ਪਾਊਡਰ ਦੇ ਵਿੱਚ ਬਦਲਿਆ ਜਾਂਦਾ ਹੈ ਤੇ ਫਿਰ ਜਦੋਂ ਇਸ ਪਾਊਡਰ ਦੇ ਵਿੱਚ ਪਾਣੀ ਮਿਲਾਇਆ ਜਾਂਦਾ ਹੈ ਤਾਂ ਇਹ ਇੱਕ ਕਠੋਰ ਜਿਹੀ ਵਸਤੂ ਬਣ ਜਾਂਦੀ ਹੈ। ਇਸ ਨੂੰ ਅਸੀਂ ਸੀਮੈਂਟ ਕਹਿੰਦੇ ਹਾਂ। ਤੇ ਸੀਮੈਂਟ ਵੀ ਕਈ ਤਰ੍ਹਾਂ ਦੇ ਹੁੰਦੇ ਹਨ, ਪਰ ਆਮ ਤੌਰ ਤੇ ਉੱਤੇ ਇਸਤੇਮਾਲ ਹੋਣ ਵਾਲਾ ਸੀਮੈਂਟ ਪੋਰਟਲੈਂਡ ਸੀਮੈਂਟ ਹੁੰਦਾ ਹੈ, ਜੋ ਕਿ ਪਾਣੀ ਦੇ ਵਿੱਚ ਜੰਮਣ ਵਾਲਾ ਹੁੰਦਾ ਹੈ। ਸੋ ਦੋਸਤੋ, ਸੀਮੈਂਟ ਨੂੰ ਬਣਾਉਣ ਦੇ ਲਈ ਕਈ ਸਾਰੇ ਕੈਮੀਕਲਸ ਲੱਗਦੇ ਨੇ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੀਮੈਂਟ ਵਿੱਚ ਸਭ ਤੋਂ ਜ਼ਿਆਦਾ ਚੂਨਾ ਯਾਨੀ ਕਿ ਕੈਲਸ਼ੀਅਮ ਆਕਸਾਈਡ ਹੁੰਦਾ ਹੈ, ਜਿਸ ਦੀ ਮਾਤਰਾ 60 ਤੋਂ 67% ਹੁੰਦੀ ਹੈ। ਸੋ ਹੁਣ ਪਤਾ ਲੱਗਿਆ ਨਾ ਵੀ ਸੀਮੈਂਟ ਕਿੱਦਾਂ ਬਣਦਾ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਤੁਸੀਂ ਸਾਰੇ ਜਾਣਦੇ ਹੋ ਕਿ OTP ਦੀ ਫੁੱਲ ਫਾਰਮ ਵਨ ਟਾਈਮ ਪਾਸਵਰਡ ਹੈ, ਪਰ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ OTP ਅਮਰੀਕਾ ਦੇ ਵਿੱਚ $60,000 ਦੇ 1 ਕਰੋੜ ਤੋਂ ਬਾਅਦ ਸਿਕਿਉਰਿਟੀ ਫੀਚਰ ਦੇ ਰੂਪ ਦੇ ਵਿੱਚ ਸ਼ੁਰੂ ਹੋਇਆ। ਦਰਅਸਲ 2008 ਦੇ ਵਿੱਚ ਅਮਰੀਕਾ ਦੇ ਇੱਕ ਵਕੀਲ ਨੇ ਬੈਂਕ ਅਕਾਊਂਟ ਦੇ ਵਿੱਚੋਂ ਕਿਸੇ ਦੇ $60,000 ਕੱਢ ਦਿੱਤੇ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਇਸ ਦੀ ਜਾਂਚ ਦੇ ਵਿੱਚ ਜੁਟ ਗਿਆ। ਥੋੜੀ ਰਿਸਰਚ ਤੋਂ ਬਾਅਦ ਉਹਨੂੰ ਇਹ ਪਤਾ ਚੱਲਿਆ ਕਿ ਇਦਾਂ ਦੀ ਹਰਕਤ ਪਹਿਲਾਂ ਵੀ 6 ਅਲੱਗ-ਅਲੱਗ ਹੋਰ ਲੋਕਾਂ ਦੇ ਨਾਲ ਹੋ ਚੁੱਕੀ ਹੈ। ਸੋ ਇਸ ਕੰਮ ਦੇ ਪਿੱਛੇ ਇੱਕ ਜਾਪਾਨੀ ਮੁੰਡੇ ਦਾ ਹੱਥ ਸੀ। ਇਸ ਕੇਸ ਤੋਂ ਬਾਅਦ ਸਾਰੀਆਂ ਬੈਂਕਿੰਗ ਟ੍ਰਾਂਜੈਕਸ਼ਨਾਂ ਦੇ ਵਿੱਚ ਵਨ ਟਾਈਮ ਪਾਸਵਰਡ ਦਾ ਇਸਤੇਮਾਲ ਹੋਣ ਲੱਗਾ, ਜਿਸ ਨੇ ਇਹਨਾਂ ਟ੍ਰਾਂਜੈਕਸ਼ਨਾਂ ਨੂੰ ਹੋਰ ਸੁਰੱਖਿਅਤ ਬਣਾ ਦਿੱਤਾ। ਇਸ OTP ਦੀ ਇੱਕ ਖਾਸ ਗੱਲ ਇਹ ਹੈ, ਜਿਹੜਾ ਕੋਡ ਜਨਰੇਟ ਹੁੰਦਾ ਹੈ ਉਹ ਕੁਝ ਸੈਕਿੰਡ ਤੋਂ ਬਾਅਦ ਹੀ ਬੰਦ ਹੋ ਜਾਂਦਾ ਹੈ ਤੇ ਫਿਰ ਉਹ ਐਕਸਪਾਇਰ ਹੋ ਜਾਂਦਾ ਹੈ। ਸੋ ਇਸ ਤੋਂ ਇਲਾਵਾ ਇਸ ਨੂੰ ਇੱਕ ਵਾਰ ਹੋਰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਗੱਲ ਕਰਦੇ ਹਾਂ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਹਵਾਈ ਜਹਾਜ਼ ਦਾ ਸਫ਼ਰ ਜ਼ਰੂਰ ਕਰੇ ਤੇ ਤੁਸੀਂ ਕਦੇ ਨਾ ਕਦੇ ਸਫ਼ਰ ਕੀਤਾ ਵੀ ਜ਼ਰੂਰ ਹੋਏਗਾ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਲੈਂਡਿੰਗ ਦੇ ਦੌਰਾਨ ਹਵਾਈ ਜਹਾਜ਼ ਦੀ ਲਾਈਟ ਨੂੰ ਘੱਟ ਕਰ ਦਿੱਤਾ ਜਾਂਦਾ ਹੈ? ਇਹਦੇ ਪਿੱਛੇ ਇੱਕ ਖਾਸ ਗੱਲ ਹੈ। ਅਕਸਰ ਤੁਸੀਂ ਵੀ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਹਨੇਰੇ ਵਾਲੇ ਕਮਰੇ ਦੇ ਵਿੱਚੋਂ ਲਾਈਟ ਵਾਲੀ ਜਗ੍ਹਾ ਤੇ ਜਾਂਦੇ ਹੋ ਤਾਂ ਕੁਝ ਟਾਈਮ ਸਾਡੀਆਂ ਅੱਖਾਂ ਨੂੰ ਐਡਜਸਟ ਕਰਨ ਦੇ ਲਈ ਲੱਗਦਾ ਹੈ ਤੇ ਇਦਾਂ ਉਦੋਂ ਵੀ ਹੁੰਦਾ ਹੈ ਜਦੋਂ ਅਸੀਂ ਲਾਈਟ ਵਾਲੀ ਜਗ੍ਹਾ ਤੋਂ ਹਨੇਰੇ ਵਾਲੇ ਕਮਰੇ ਦੇ ਵਿੱਚ ਜਾਂਦੇ ਹਾਂ ਤੇ ਉਦੋਂ ਵੀ ਸਾਡੀਆਂ ਅੱਖਾਂ ਨੂੰ ਐਡਜਸਟ ਕਰਨ ਦੇ ਵਿੱਚ ਟਾਈਮ ਲੱਗਦਾ ਹੈ। ਸੋ ਪਲੇਨ ਲੈਂਡਿੰਗ ਜਾਂ ਟੇਕ ਆਫ ਦੇ ਟਾਈਮ ਅਕਸਰ ਪਲੇਨ ਲਾਈਟ ਨੂੰ ਘੱਟ ਕਰ ਦਿੱਤਾ ਜਾਂਦਾ ਹੈ। ਇਦਾਂ ਇਸ ਕਰਕੇ ਕੀਤਾ ਜਾਂਦਾ ਹੈ ਕਿ ਤਾਂ ਕਿ ਲੈਂਡਿੰਗ ਜਾਂ ਟੇਕ ਆਫ ਦੇ ਟਾਈਮ ਜਦੋਂ ਪਲੇਨ ਕ੍ਰੈਸ਼ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਜਾਂ ਪਲੇਨ ਤੋਂ ਐਮਰਜੈਂਸੀ ਐਗਜ਼ਿਟ ਕਰਨੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਪੈਸੇਂਜਰ ਦੀਆਂ ਅੱਖਾਂ ਲਾਈਟ ਦੇ ਵਿੱਚ ਐਡਜਸਟ ਹੋ ਸਕਣ। ਇਸ ਕਰਕੇ ਜਿਹੜਾ ਪਲੇਨ ਹੈ ਉਸ ਦੀਆਂ ਲਾਈਟਸ ਨੂੰ ਆਫ ਕਰ ਦਿੱਤਾ ਜਾਂਦਾ ਹੈ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਪਲੇਨ ਦੀਆਂ ਲਾਈਟਸ ਨੂੰ ਟੇਕ ਆਫ ਕਰਨ ਦੇ ਜਾਂ ਫਿਰ ਲੈਂਡਿੰਗ ਕਰਨ ਦੇ ਵੇਲੇ ਕਿਉਂ ਬੰਦ ਕਰ ਦਿੱਤਾ ਜਾਂਦਾ ਹੈ।
ਸੋ ਇਹ ਸੀ ਜੀ ਅੱਜ ਦੇ ਐਪੀਸੋਡ ਦੀਆਂ ਕੁਝ ਖਾਸ ਜਾਣਕਾਰੀਆਂ, ਕੁਝ ਖਾਸ ਫੈਕਟ, ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇਹਨਾਂ ਫੈਕਟਸ ਦੇ ਬਾਰੇ ਜਾਣ ਕੇ ਚੰਗਾ ਲੱਗਿਆ ਹੋਵੇਗਾ ਤੇ ਤੁਹਾਨੂੰ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਵੀ ਮਿਲੀਆਂ ਹੋਣਗੀਆਂ ਤੇ ਤੁਸੀਂ ਆਪਸ ਦੇ ਵਿੱਚ ਮਤਲਬ ਕਿ ਆਪਣੇ ਆਲੇ ਦੁਆਲੇ ਇਹਨਾਂ ਜਾਣਕਾਰੀਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਕਈ ਵਾਰ ਹੁੰਦਾ ਹੈ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਹਨ, ਸਾਨੂੰ ਨਹੀਂ ਪਤਾ ਹੁੰਦੀਆਂ ਹਨ, ਪਰ ਜੇਕਰ ਸਾਨੂੰ ਪਤਾ ਲੱਗ ਜਾਂਦੀਆਂ ਨੇ ਤੇ ਦੂਸਰਿਆਂ ਨੂੰ ਦੱਸਣਾ ਵੀ ਤਾਂ ਸਾਡਾ ਫਰਜ਼ ਬਣਦਾ ਹੈ ਨਾ। ਸੋ ਜੀ ਸਾਡੇ ਦਿਮਾਗ ਦੀ ਬੱਤੀ ਜਗਾਓ ਪ੍ਰੋਗਰਾਮ ਦਾ ਇਹੀ ਮੋਟਿਵ ਹੈ ਕਿ ਤੁਹਾਨੂੰ ਡੇਲੀ ਕੋਈ ਨਾ ਕੋਈ ਨਵੀਂ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਤੁਹਾਨੂੰ ਆਪਣੇ ਆਲੇ ਦੁਆਲੇ ਦੁਨੀਆ ਦੇ ਬਾਰੇ ਪਤਾ ਲੱਗਦਾ ਰਹੇ। ਸੋ ਇਹਨਾਂ ਜਾਣਕਾਰੀਆਂ ਨੂੰ ਸਾਂਝਾ ਜ਼ਰੂਰ ਕਰਿਆ ਕਰੋ। ਔਰ ਹੁਣ ਜਿਹੜਾ ਸਮਾਂ ਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ, ਕਿਉਂਕਿ ਟਾਈਮ ਨਿਕਲੀ ਜਾ ਰਿਹਾ। ਫੈਕਟ ਹੋਰ ਵੀ ਬਹੁਤ ਸਾਰੇ ਨੇ, ਜਾਣਕਾਰੀਆਂ ਹੋਰ ਵੀ ਬਹੁਤ ਸਾਰੀਆਂ ਨੇ, ਪਰ ਅਗਲੇ ਐਪੀਸੋਡ ਦੇ ਵਿੱਚ ਦੱਸਾਂਗੀ, ਹੈ ਨਾ। ਸੋ ਅਗਲੇ ਐਪੀਸੋਡ ਦਾ ਇੰਤਜ਼ਾਰ ਕਰਨਾ ਆ। ਮੈਂ ਤੁਹਾਨੂੰ ਫਿਰ ਮਿਲਾਂਗੀ ਕੁਝ ਨਵੇਂ ਫੈਕਟਸ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ। ਤੇ ਜਾਂਦੇ ਜਾਂਦੇ ਉਹੀ ਗੱਲ, ਬੱਤੀ ਜਗਾਓ, ਲਾਈਟ ਜਗਾਓ, ਚਾਹੇ ਦੋਨੋਂ ਨਾ ਜਗਾਓ, ਪਰ ਦਿਮਾਗ ਦੀ ਬੱਤੀ ਜ਼ਰੂਰ ਜਗਾਓ। ਸੋ ਇਸੇ ਦੇ ਨਾਲ ਜੀ ਇਸ ਪ੍ਰੋਗਰਾਮ ਨੂੰ ਮੈਂ ਇੱਥੇ ਖਤਮ ਕਰਦੀ ਹਾਂ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। Thank you.